ਉੱਘੇ ਸਮਾਜ ਸੇਵੀ ਅਤੇ ਦੁਬਈ ਦੇ ਉੱਘੇ ਕਾਰੋਬਾਰੀ ਡਾਕਟਰ ਐਸਪੀ ਸਿੰਘ ਬਰਾਏ ਵੱਲੋਂ ਅਨੇਕਾਂ ਲੋਕ ਭਲਾਈ ਦੇ ਕਾਰਜ ਕੀਤੇ ਜਾਂਦੇ ਨੇ। ਇਸੇ ਲੜੀ ਤਹਿਤ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਆਗਮਨ ਪੁਰਬ ਨੂੰ ਸਮਰਪਿਤ ਸਵਾਮੀ ਵਿਵੇਕਾਨੰਦ ਹੈਲਥ ਮਿਸ਼ਨ ਸੁਸਾਇਟੀ ਦੇ ਸਹਿਯੋਗ ਨਾਲ ਦਿੱਲੀ ਦੇ ਕਰੋਲ ਬਾਗ ਦੇ ਸਵਾਮੀ ਵਿਵੇਕਾਨੰਦ ਹੈਲਥ ਕੇਅਰ ਸੈਂਟਰ ਵਿੱਚ ਸਨੀ ਉਬਰਾਏ ਕਲੀਨਿਕਲ ਲੈਬ ਅਤੇ ਡਾਇਗਨੋਸਟਿਕ ਸੈਂਟਰ ਖੋਲ੍ਹਿਆ ਗਿਆ, ਜਿਸ ਦਾ ਉਦਘਾਟਨ ਡਾਕਟਰ ਐਸਪੀ ਸਿੰਘ ਬਰਾਏ ਅਤੇ ਸੰਸਦ ਮੈਂਬਰ ਪਦਮ ਸ਼੍ਰੀ ਹੰਸਰਾਜ ਹੰਸ ਵੱਲੋਂ ਕੀਤਾ ਗਿਆ। पद्म श्री हंसराज हंस ने सरबत दा भला चैरिटेबल ट्रस्ट वालों लोक भलाई के इस कार्य लिए डॉक्टर एसपी सिंह बराए की शलाघा की। इस दे नाल ही डॉक्टर एसपी सिंह बराए ने ट्रस्ट वालों किए जा रहे कार्यों का जिक्र किया। उन्हें कहा कि आज़ादी के अमृत महोत्सव तहत 75वीं लैबोरेटरी करोल बाग में खोली गई है, जिसका आम लोगों को फायदा होगा। इस मौके ट्रस्ट के कई अहम आगू मौजूद रहे। जो मैं महसूस करता सब तो ज़्यादा हैल्थ सेंटर्स में ही ज़रूरत है, क्योंकि हर शख्स अफोर्ड नहीं करता, हर शख्स अफोर्ड नहीं करता महंगा इलाज। ਉਹਦੇ ਵਿੱਚ ਫਿਰ ਦਾਨੀ ਪੁਰਸ਼ ਜਿਹੜੇ ਸਖੀ ਹੁੰਦੇ ਆ, ਜਿਨ੍ਹਾਂ ਨੂੰ ਰੱਬ ਨੇ ਦਿੱਤਾ ਵੀ ਹੁੰਦਾ ਤੇ ਦਾਨ ਕਰਨ ਦਾ ਵੀ ਤੌਫੀਕ ਬਖਸ਼ੀ ਹੁੰਦੀ ਹੈ, ਉਹਨਾਂ ਵਿੱਚ ਇਹ ਸਰਬੱਤ ਦਾ ਭਲਾ ਟਰਸਟ ਹੈ। ਸਾਡੇ ਪਿਆਰੇ ਭਾਜੀ ਸਰਦਾਰ ਐਸਪੀ ਸਿੰਘ ਜੀ ਉਬਰਾਏ ਸਾਹਿਬ ਇਹ ਹਮੇਸ਼ਾ ਲੋਕਾਈ ਲਈ ਚੰਗੇ ਕੰਮ ਕਰਦੇ ਰਹਿੰਦੇ। ਇਹੀ ਸਾਨੂੰ गुरु साहिबान की तालीम सी। सरबत का भला कॉन्सैप्ट ही उन्होंने है, एक सच्चा सौदा तो एक सरबत का भला तो एक मानस की ज़ात सब है, एक है पहचान, यानी इंसानियत का पैगाम गुरु नानक साहब ने दिता। ਉਹਦੇ अधीन ਜਿਹੜਾ ਬੰਦਾ अफोर्ड करता है वो ਉਹਨਾਂ ਲਈ दान करे ਜਿਹੜੇ अफोर्ड नहीं करते। इस तो ਵੱਡੀ कोई भगती नहीं। तो अज करोल बाग ਵਿੱਚ ਇੱਥੇ मैं हाज़र होया। ਇੱਥੇ बड़ा हाईटैक महंगिया मशीनां 75ਵੀਂ ਵਰ੍ਹੇਗੰਢ आज़ादी की तो 75ਵੀਂ ये लैब है। चंगे काम इन्हों के हिस्से आए, बहुत बहुत बधाइयाँ। वाहिगुरू इस तरह ही मालिक सबना नूं समर्था देवे। सब तो वड्डी गल है समर्था दान करन दी भी देवे। वो कंजूस का की फायदा जे तू इन्ना कुछ होवे तो एक पैनी ना कढ़े जेब चो, उसका कोई फायदा नहीं। वो इत्थे रह जाना कचरा। सो दान करना चाहिए, इहो जिहे कामां लई करना चाहिए। सरबत दा भला चैरिटेबल ट्रस्ट वालों एक असी निर्णय किया सी, पहला 50 लैबोरेटरियां का, फिर 50 होर हो गई, 100 लैबोरेटरियां जिहड़ियां कि 31 दसंबर तक साड़ियां सारियां इंस्टॉल हो जाणगियां। हुण तक असी पंजाब, हरियाणा, हिमाचल, राजस्थान, चंडीगढ़ सारा कवर कर चुके हैं। सो दिल्ली साडा रहिंदा सी ते दिल्ली अज साडे 75वें वर੍ਹੇਗੰਢ दे उत्ते अज 75 नंबर जिहड़ी साडी लैब है वो इत्थे अज जिहड़ी स्वामी विवेकानंद जी जिहड़ा सेंटर है, केयर सेंटर करोल बाग दे विच अज खोली गई है, पब्लिक नूं समर्पित हुई है। साडे बहुत ही सत्कारयोग पद्म श्री हंसराज जी हंस उन्होंने आके इसका उद्घाटन करके तो इन्होंने पब्लिक को समर्पित किया जी। ਇਹਦੇ ਨਾਲ ਕੀ ਬੈਨੀਫਿਟ ਹੋਣਗੇ, ਕੀ ਫਰਕ ਹੈ ਬਾਹਰ ਦੀਆਂ ਲੈਬ ਤੋਂ ਸਨੀ ਉਬਰਾਏ ਲੈਬ ਵਿੱਚ? देखो ये ਲੈਬੋਰਟਰੀਆਂ ਖੋਲੀਆਂ ਤਾਂ ਗਈਆਂ ਸੀ क्योंकि बहुत लुੱਟ मच चुकी सी। ਜਿਹੜਾ ਗਰੀਬ ਆਦਮੀ ਆ ਉਹ ਟੈਸਟ ਕਰਾ ਹੀ ਨਹੀਂ ਸਕਦਾ ਸੀਗਾ। ਇਸ ਚੀਜ਼ ਨੂੰ ਦੇਖਦਿਆਂ ਹੋਇਆਂ ਅਸੀਂ ਬਹੁਤ ਹੀ ਘੱਟ ਰੇਟਾਂ ਦੇ ਉੱਤੇ, ਮੈਂ ਕਹਿ ਸਕਦਾ ਕਿ ਜਿਹੜੇ ਮਾਰਕੀਟ ਵਿੱਚ ਜਿਹੜੇ ਰੇਟ 3,500-4 ਹਜ਼ਾਰ ਦੇ ਹੁੰਦੇ ਨੇ, ਸਾਡੇ ਕੋਲ 320 ਰੁਪਏ 'ਚ ਹੁੰਦੇ ਆ। ਸੋ ਅਸੀਂ 10, 11 ਜਾਂ 12% ਦੇ ਕੰਮ ਕਰ ਰਹੇ ਹਾਂ, ਨੋ ਪ੍ਰੋਫਿਟ ਨੋ ਲਾਸ ਦੇ ਉੱਤੇ। ਸਿੰਪਲ ਮੈਂ ECG ਦੀ ਗੱਲ ਦੱਸਦਾ ਕਿ ਬਾਜ਼ਾਰ ਦੇ ਵਿੱਚ 200 ਰੁਪਏ ਲਿਆ ਜਾਂਦਾ ਹੈ। ਸਰਕਾਰੀ ਹਸਪੀਟਲ ਵਿੱਚ ਪੰਜਾਬ ਵਿੱਚ ਵੀ ਜਿਹੜੇ ਸਿਵਲ ਹਸਪੀਟਲ ਹੈ ਉੱਥੇ 66 ਰੁਪਏ ਲੈ ਜਾਂਦੇ ਨੇ, ਲੇਕਿਨ ਸਾਡੀ ਕਿਸੇ ਵੀ ਲੈਬੋਰਟਰੀ ਤੁਸੀਂ ਜਾਓਗੇ ਤਾਂ ਉੱਥੇ ਤੁਹਾਨੂੰ 20 ਰੁਪਏ ਦੇ ਵਿੱਚ ਜਿਹੜੀ ਹੈ ਇਹ ਜਿਹੜੀ ECG ਵਗੈਰਾ ਹੋ ਜਾਂਦੀ ਹੈ। ਬਾਕੀ ਸਾਰੇ ਕੁਝ ਟੈਸਟ ਸਾਡੇ ਫ੍ਰੀ ਨੇ, ਕੁਝ 5 ਰੁਪਏ ਦੇ ਨੇ, ਕੁਝ 10 ਰੁਪਏ ਦੇ ਨੇ, ਕੋਈ 20 ਰੁਪਏ ਦੇ ਨੇ। ਸੋ ਇਹ ਸਾਰੇ ਟੈਸਟ ਜਿਹੜੇ ਇਸ ਤਰ੍ਹਾਂ ਜਿਹੜੇ ਕੀਤੇ ਜਾ ਰਹੇ, ਪਬਲਿਕ ਫਾਇਦਾ ਉਠਾ ਰਹੀ ਹੈ। ਹਾਂਜੀ, ਕਿ ਲੈਬ ਤੱਕ ਹੀ ਮੌਜੂਦ ਰਹਿੰਦੀ ਹੈ? ਨਹੀਂ, ਲੈਬ ਤੱਕ ਨਹੀਂ ਹੈ। ਦੇਖੋ ਅਸੀਂ ਲੈਬ ਸ਼ੁਰੂ ਕੀਤੀ ਸੀ। ਅੱਜ ਮੈਂ ਮੈਂ ਬੜਾ ਮਾਣ ਮਹਿਸੂਸ ਕਰਦਾ ਇਸ ਉੱਤੇ ਕਿ ਸਾਡਾ ਤਕਰੀਬਨ 50,000 ਜਿਹੜਾ ਪੇਸ਼ੈਂਟ ਮਹੀਨੇ ਦਾ ਸਾਡੀਆਂ ਲੈਬੋਰਟਰੀਆਂ ਦਾ ਫਾਇਦਾ ਉਠਾ ਰਿਹਾ। ਕਈ ਲੈਬੋਰਟਰੀਆਂ ਇਹੋ ਜਿਹੀਆਂ ਜਿੱਥੇ 150 ਪੌਣੇ 200 ਪੇਸ਼ੈਂਟ ਡੇਲੀ ਦਾ ਆਉਂਦਾ। ਸੋ ਟੋਟਲ 50,000 ਅਸੀਂ ਇੱਕ ਮਹੀਨੇ ਦੇ ਵਿੱਚ ਜਿਹੜਾ ਇਹਨੂੰ ਅਸੀਂ ਕਵਰ ਕਰਦੇ ਹਾਂ। ਇਹ ਇੱਥੇ ਤੱਕ ਬੰਦ ਨਹੀਂ ਹੋਇਆ। ਸਾਡੇ ਜਿੱਦਾਂ ਡਾਇਲਸਿਸ ਸੈਂਟਰ ਚੱਲ ਰਹੇ ਨੇ, ਹੋਰ ਹੈਲਥ 'ਤੇ ਅਸੀਂ ਕਾਫੀ ਕੰਮ ਕਰ ਰਹੇ ਹਾਂ ਹਸਪੀਟਲਾਂ ਦੇ ਵਿੱਚ ਵੀ। ਹੁਣ ਜਿਹੜੇ ਸਾਡੇ ਜਿੱਥੇ ਲੈਬੋਰਟਰੀਆਂ ਖੋਲ੍ਹੀਆਂ ਉੱਥੇ ਅਗਲਾ ਸਾਡਾ ਪ੍ਰੋਜੈਕਟ ਹੈਗਾ ਕਿ ਅਸੀਂ ਉੱਥੇ ਮੈਡੀਕਲ ਸਟੋਰ ਵੀ ਲੈ ਕੇ ਆਵਾਂਗੇ। 31 ਦਸੰਬਰ ਤੱਕ ਸਾਡੀਆਂ ਜਿਹੜੀਆਂ 100 ਲੈਬੋਰਟਰੀਜ਼ ਪੂਰੀਆਂ ਹੋ ਜਾਣੀਆਂ ਨੇ। ਫਿਰ ਅਸੀਂ ਜਿਹੜੇ 100 ਦੇ 100 ਉੱਥੇ ਮੈਡੀਕਲ ਸਟੋਰ ਵੀ ਖੋਲ੍ਹਣਗੇ, ਜਿੱਥੇ ਸੇਮ ਉਹੀ 10-12% ਦੇ ਉੱਤੇ ਜਿਹੜਾ ਨੋ ਪ੍ਰੋਫਿਟ ਨੋ ਲਾਸ ਉੱਤੇ ਦਵਾਈਆਂ ਦਿੱਤੀਆਂ ਜਾਣਗੀਆਂ। ਇਸ ਤਰ੍ਹਾਂ ਹੋਰ ਸਾਡੇ ਜਿੱਦਾਂ ਹੁਣ ਜਿੱਥੇ ਅਸੀਂ ਲੈਬੋਰਟਰੀ ਖੋਲ੍ਹਦੇ ਹਾਂ ਉੱਥੇ 3-4 ਅਸੀਂ ਹੋਰ ਐਡ ਕਰਤੇ ਆ। ਜਿਸ ਤਰ੍ਹਾਂ ਕਿ ਕੱਲ੍ਹ ਉੱਥੇ ਪਰਸੋਂ ਖੁੱਲ੍ਹ ਰਹੀ ਹੈ ਚੰਡੀਗੜ੍ਹ ਦੇ ਵਿੱਚ ਲੈਬ ਖੁੱਲ੍ਹੀ ਹੈ। लैब तो बाद उत्थे फिर साडा एक डिजिटल एक्सरे असीं नाल ऐड कर रहे हैं, डेंटल क्लीनिक नाल ऐड कर रहे हैं, फिजियोथेरेपी सेंटर दे रहे हैं, क्योंकि जिथे साडे गुरुद्वारियां दे विच मंदिरां विच जां धर्मशाला सानूं जगह मिलती है, सो उत्थे साडी कोशिश हुंदी है कि जिहड़े 4-5 जिहड़े साडे काम ने मेन जिहड़े बेसिक रिक्वायरमेंट है सो ये असीं दईए। ये साडे ऑलरेडी शुरू हो चुकियां ने। उबराए साहब
ਸਰਬੱਤ ਦਾ ਭਲਾ ਟਰਸਟ 11ਵੇਂ ਸਾਲ ਦੇ ਪਹਿਲੇ ਦਿਨ 'ਚ ਪ੍ਰਵੇਸ਼ ਕਰ ਗਿਆ। ਹਾਂ ਬਿਲਕੁਲ ਜੀ, ਮੈਨੂੰ ਬੜੀ ਖੁਸ਼ੀ ਹੈ ਕਿ ਸਾਡੇ ਕੱਲ 24 ਅਗਸਤ ਨੂੰ ਸਾਡੇ 10 ਸਾਲ ਜਿਹੜੇ ਅਸੀਂ ਕੰਪਲੀਟ ਕੀਤੇ ਨੇ, ਜਿਹੜੇ ਆਫੀਸ਼ੀਅਲ ਕੀਤੇ ਆ। ਵੈਸੇ 2 ਸਾਲ ਪਹਿਲਾਂ 12 ਸਾਲ ਹੋ ਗਏ ਨੇ, ਲੇਕਿਨ 10 ਸਾਲ ਅਸੀਂ ਆਫੀਸ਼ੀਅਲੀ ਕੱਲ ਪੂਰੇ ਕੀਤੇ ਆ। ਔਰ 10 ਸਾਲ ਦੇ ਵਿੱਚ ਅਸੀਂ ਜੋ ਸੋਚਿਆ ਸੀ ਅਸੀਂ ਸਾਰੇ ਕੰਮ ਤਕਰੀਬਨ ਉਹ ਕੀਤੇ ਨੇ। ਇਹਦੇ ਲਈ ਮੈਂ ਜਿਹੜੀ ਸਰਬੱਤ ਦੇ ਭਲੇ ਦੀ ਸਾਡੀ ਟੀਮ ਹੈ, ਸਾਡੇ ਜਿਹੜੇ ਮੈਂਬਰਸ ਨੇ ਡਿਸਟ੍ਰਿਕਟ ਵਾਈਜ਼ ਕੋਈ 14-1500 ਸਾਡਾ ਮੈਂਬਰ ਹੈਗਾ, ਉਹਨਾਂ ਸਾਰਿਆਂ ਦਾ ਮੈਂ ਧੰਨਵਾਦ ਕਰਦਾ, ਉਹਨਾਂ ਨੂੰ ਮੁਬਾਰਕਬਾਦ ਵੀ ਦਿੰਦਾ ਕਿ ਸਾਰੇ ਬੰਦੇ ਬਗੈਰ ਕਿਸੇ ਇੰਟਰਸਟ ਦੇ, ਬਗੈਰ ਕਿਸੇ ਸੈਲਰੀ ਦੇ ਮੋਢੇ ਨਾਲ ਮੋਢਾ ਜੋੜ ਕੇ ਉਹ ਕੰਮ ਕਰ ਰਹੇ, ਦਿਨ ਰਾਤ ਕੰਮ ਕਰ ਰਹੇ ਨੇ। ਔਰ ਇੱਥੋਂ ਤੱਕ ਕਿ ਕੋਵਿਡ ਦੇ ਵਿੱਚ ਸਭ ਲੋਕੀ ਘਰਾਂ 'ਚ ਬੈਠੇ ਸੀ, ਸਾਡੇ ਸਾਰੇ ਮੈਂਬਰ ਘਰਾਂ ਦੇ ਵਿੱਚ ਰਾਸ਼ਨ ਦੀਆਂ ਕਿੱਟਾਂ ਵੰਡ ਰਹੇ ਸੀ। ਉਹ ਤਕਰੀਬਨ ਜਿੰਨੇ ਮੈਂਬਰ ਸੀ ਸਾਰਿਆਂ ਨੂੰ ਇੱਕ ਵਾਰੀ 2 ਵਾਰੀ ਉਹਨਾਂ ਨੂੰ ਕਰੋਨਾ ਹੋਇਆ। ਮੈਂ ਵੀ ਕਰੋਨਾ ਦਾ ਸ਼ਿਕਾਰ ਹੋਇਆ, ਸਾਡੇ ਸਾਰੇ ਮੈਂਬਰ ਹੋਏ, ਲੇਕਿਨ ਕਿਸੇ ਨੇ ਪਰਵਾਹ ਨਹੀਂ ਮੰਨੀ। ਜਿੱਥੇ ਡਾਕਟਰ ਸਾਰੇ ਘਰ ਨਹੀਂ ਬੈਠੇ ਸੇਵਾ 'ਚ ਲੱਗੇ ਸੀ, ਸਾਡੀ ਟੀਮ ਦੇ ਸਾਰੇ ਮੈਂਬਰ ਲੱਗੇ ਰਹੇ। ਸੋ ਸਾਡੀ ਬੜੀਆਂ ਅਚੀਵਮੈਂਟਾਂ ਨੇ 10 ਸਾਲ ਦੇ ਵਿੱਚ, ਤੇ ਮੈਂ ਇੱਕ ਵਾਰੀ ਫਿਰ ਆਪਣੇ ਸਾਰੇ ਮੈਂਬਰ ਸਾਹਿਬਾਨ ਨੂੰ ਜਿਹੜਾ ਉਹ ਮੁਬਾਰਕਬਾਦ ਦਿੰਦਾ। ਡਾਕਟਰ ਸਾਹਿਬ ਤੁਸੀਂ ਕੱਲ ਜ਼ਿਕਰ ਕਰ ਰਹੇ ਸੀ ਕਿ ਤੁਸੀਂ ਸੁਜੈਸ਼ਨ ਵੀ ਮੰਗੀ ਹੈ ਲੋਕਾਂ ਦੀਆਂ ਕਿ ਫਰਦਰ ਅਸੀਂ ਕੀ ਕੁਝ ਕਰ ਸਕਦੇ ਹਾਂ। ਕੀ ਸਾਡੇ ਰੋਬਿਨ ਜੀ ਕਈ ਸਾਡੇ ਪ੍ਰੋਜੈਕਟ ਨਵੇਂ ਆ ਰਹੇ ਨੇ, ਕਈ ਚੱਲ ਚੁੱਕੇ ਨੇ ਆਲਰੇਡੀ, ਹੋਰ ਵੀ ਕਾਫੀ ਸਕੂਲਸ ਬੜੇ ਆ ਰਹੇ ਨੇ, ਕੈਂਸਰ ਕੇਅਰ ਹੋਮ ਸਾਡੇ ਕਾਫੀ ਆ ਰਹੇ ਨੇ। ਸੋ ਇਹਨਾਂ ਇੱਕ ਯੂਨੀਵਰਸਿਟੀ ਸਾਡੀ ਜਿਹੜੀ ਸਪੈਸ਼ਲ ਬੱਚਿਆਂ ਦੀ ਹੈ, ਜਿਹੜੀ ਕਿ ਇੰਡੀਆ ਨਹੀਂ ਬਲਕਿ ਵਰਲਡ ਦੀ ਪਹਿਲੀ ਯੂਨੀਵਰਸਿਟੀ ਹੋਏਗੀ ਜਿਹੜੀ ਪੰਜਾਬ 'ਚ ਆ ਰਹੀ ਹੈ। ਸੋ ਉੱਥੇ ਅਸੀਂ ਕੰਮ ਕਰ ਰਹੇ ਹਾਂ। ਹਾਂ ਇੱਕ ਜ਼ਰੂਰ ਹੈ, ਕੱਲ ਮੇਰੀ ਲਾਈਵ ਇੰਟਰਵਿਊ ਚੱਲ ਰਹੀ ਸੀ ਕੈਨੇਡਾ। ਸੋ ਉੱਥੇ ਮੈਂ ਜਿੰਨੇ ਸਾਡੇ NRIs ਭਰਾ ਆ ਉਹ ਦੇਖਣ 'ਚ ਆਇਆ ਕਿ ਉਹਨਾਂ ਦੀਆਂ ਪ੍ਰੋਬਲਮਸ ਹੈਗੀਆਂ, ਉਹਨਾਂ ਦੇ ਪੇਰੈਂਟਸ ਦੀਆਂ ਪ੍ਰੋਬਲਮ ਹੈਗੀਆਂ ਨੇ। ਉਸ ਤੋਂ ਇਲਾਵਾ ਜਿਹੜੇ ਉਹਨਾਂ ਦੀ ਪ੍ਰਾਪਰਟੀਜ਼ ਨੂੰ ਲੈ ਕੇ ਕਾਫੀ ਪ੍ਰੋਬਲਮਸ ਹੈਗੀਆਂ ਨੇ। ਅਤੇ ਮੈਂ ਉਹਨਾਂ ਦੀ ਸੁਜੈਸ਼ਨ ਮੰਗੀ ਕਿ ਤੁਸੀਂ ਸਾਨੂੰ ਆਪਣੀਆਂ ਸੁਜੈਸ਼ਨ ਦਿਓ ਵੀ ਸਰਬੱਤ ਦਾ ਭਲਾ ਤੁਹਾਡੀ ਕਿਸ ਤਰ੍ਹਾਂ ਹੈਲਪ ਕਰ ਸਕਦਾ ਹੈ। ਸੋ ਜਿੱਦਾਂ ਹੀ ਸਾਨੂੰ ਹੁਣ ਉਹਨਾਂ ਦੇ ਕਮੈਂਟਸ ਆਉਣਗੇ ਸਾਰੇ, ਅਤੇ ਉਹਨੂੰ ਦੇਖ ਕੇ ਅਸੀਂ ਤੇ ਉਹ ਜਿਹੜਾ ਪ੍ਰੋਜੈਕਟ ਉਹ ਵੀ ਅਸੀਂ ਕਰਨਾ ਚਾਹਾਂਗੇ, ਤਾਂ ਜੋ ਮੈਂ ਵੀ ਖੁਦ NRI ਹਾਂ। ਸੋ ਮੈਂ ਨਹੀਂ ਚਾਹੁੰਦਾ ਕਿ ਜਿਹੜੇ ਸਾਡੇ NRI ਜਿਹੜੇ 15-20 ਦਿਨ ਜਾਂ ਮਹੀਨਾ ਛੁੱਟੀ ਜਾਂਦੇ ਆ, ਤੇ ਉਹ ਸਿਰਫ ਪਰੇਸ਼ਾਨੀਆਂ ਵਿੱਚ ਤੁਰੇ ਫਿਰਦੇ ਨੇ। ਸੋ ਉਹ ਪ੍ਰੋਬਲਮ ਜਿਹੜੀ ਅਸੀਂ ਉਹ ਵੀ ਸੋल्व ਕਰਨ ਲਈ ਜਾ ਰਹੇ ਹਾਂ। स्वामी विवेकानंद हेल्थ मिशन सोसाइटी उत्तराखंड और उत्तर प्रदेश में 11 हॉस्पिटल ऐसे रन करते हैं। देश के प्रसिद्ध तीर्थ स्थानों में बद्रीनाथ, जहाँ से रास्ता हेमकुंड साहब को भी जाता है, वहाँ भी एक लैब लगाई हुई है। बद्रीनाथ, केदारनाथ, गोमुख, यमुनोत्री, हरिद्वार, देहरादून ऐसे स्थानों पर पूरे हेल्थ केयर सिस्टम को बिना किसी ऊंच नीच को ध्यान में रखते हुए सभी श्रद्धालुओं को, संतों को, पाठियों को, सभी समाज के वर्गों को निःशुल्क सेवाएं तीर्थ स्थलों पर दी जाती है। दिल्ली में हेल्थ मिशन सोसाइटी ने ये पहला काम शुरू करने की सोची और यहाँ पर डे केयर सेंटर, हेल्थ सेंटर के तौर पर शुरू करने की सोच रहे हैं। शुरू हो गया, आज उद्घाटन हमारे पद्मश्री हंसराज हंस जी, जो कि भाई दिल्ली से सांसद भी हैं, और माननीय ओबराय जी, जिनके आशीर्वाद से ये जो लैब है इस स्थान पर, उनके कोलैबोरेशन, उनके सहयोग से ये चलेगी। बल्कि चलेगी नहीं, पूरे देश में और भी जी कई स्थानों पर उन्होंने सेवा भारती संगठन के साथ लग कर के भी कई लैब्स हमें डोनेट की हैं। खाली लैब के इंस्ट्रूमेंट के साथ साथ जितना यूज़ होने वाला केमिकल और उसमें काम करने वाले जितने टेक्नीशियन हैं, उन सब की तनख्वाह भी उनके सर्बत दा भला जो चैरिटेबल ट्रस्ट है, ट्रस्ट के द्वारा सबको मिलेगा जो उसमें सेवाएं देने वाले हैं। ऐसे रेट पर कि कोई सोच नहीं सकता, जो आज सामान्य गरीब आदमी हैं वो अपना इलाज नहीं करा पाता। हमने यहाँ एक मिशन रखा है, गुरुद्वारों के पाठी, कोई भी भगवाधारी संत, कोई भी विडो बहन अगर यहाँ आएगी, उसका सारा इलाज, चाहे उसका एक्सरे है, चाहे उसका अल्ट्रासाउंड है, चाहे उसको लैब के टेस्ट कराने हैं, उनसे हम कोई पैसा नहीं लेंगे, वो उनके लिए समर्पित रहेगा। समाज के अन्य वर्ग के लिए इतना नॉमिनल चार्जेस है कि कोई कल्पना नहीं कर सकता। ऐसे पुनीत काम जो कि देश की सरकारें तो अपने बलबूते पर करती हैं, लेकिन समाज के सामाजिक संगठन मिलकर कंधे से कंधा मिला कर के अपने समाज के हेल्थ सिस्टम को ठीक करने में आगे बढ़ रहे हैं। इसके लिए आज इस कार्यक्रम में, इसके उद्घाटन में आए सांसद ओबराय जी और समाज के सभी गणमान्य बंधुओं को मैं अपने हृदय से धन्यवाद देता हूँ। धन्यवाद। सर्वरत के भला की तरफ से जो मैंने आपको जो बिंदु दिए अपनी ओर से, कि ये पूरी लैब उन्हीं के द्वारा डोनेट की गई है, और इसमें जो टेक्नीशियन काम करेंगे वो भी उन्होंने ही प्रोवाइड किए हैं। और ये पूरी लैब को जिम्मेदारी से चलाने की
उन्होंने जिम्मे अपने काम लिया है। हमने आज उनके सामने एक मिशन रखा है कि जो स्लम में लोग रहते हैं वो हॉस्पिटलों में या ऐसी लैब में आने से भी बसों का किराया तक नहीं होता। तो एक मोबाइल वैन मेडिकल ऐसी ऑन व्हील्स के ऊपर एक वैन हो जिसमें हमारे डॉक्टर टेक्नीशियन जा कर के ऑन द रोड ब्लड कलेक्शन करना घर से, ये तो आजकल मॉडर्न युग में चलता है, लेकिन किसी गरीबों की बस्ती में जा कर के वहीं उनके टेस्ट हो जाए, वहीं उनको सब सुविधाएं प्राप्त हो जाए, ऐसा भी एक मिशन रखा है जो उन्होंने स्वीकार किया है। सर्वत्र का भला ने गुरु नानक देव जी की इस 550वें वर्ष के उपलक्ष्य में 100 लैब लगाने की जो योजना बनाई, एक अद्भुत और सारे समाज के लिए, सारे देश के लिए इसका स्वागत है और सभी इसका लाभ उठाने वाले हैं। अभी तक 75 लैब लग चुकी हैं। आशा है कि इस साल के अंत तक 100 का जो मिशन था वो पूरा हो जाएगा, उसके बाद उससे आगे सोचेंगे वो लोग, ऐसा मुझे लगता है। थैंक्स कर दीजिए। हाँ, मैंने पहले भी बोला कि आज के कार्यक्रम में हमारे माननीय सांसद सर्वत्र का भला के जो मुख्य कर्ता धर्ता ओबराय जी हैं, उनका और उनके डॉक्टर DS गिल, इन सभी बंधुओं का मैं हृदय से धन्यवाद देता हूं और आगे हमारी ओर से भी उनको पूर्ण सहयोग सदा मिलता रहेगा, जो जो उनकी अपेक्षाएं होंगी। धन्यवाद।